ਕੌਮੀ ਪੱਧਰ ਤੇ ਜਿਹੜੇ ਵੱਡੇ ਪ੍ਰੋਜੈਕਟਸ ਦੀ ਗੱਲ ਹੋਣੀ ਚਾਹੀਦੀ ਸੀ, ਵੱਡੇ ਥਾਟ ਦੀ ਗੱਲ ਹੋਣੀ ਚਾਹੀਦੀ ਸੀ, ਦੇਗ ਤੇਗ ਫਤਿਹ ਪੋਲੀਟੀਕਲ ਤੇ ਇਕਨੋਮਿਕ ਰਾਈਟਸ ਦੀ ਗੱਲ ਹੋਣੀ ਚਾਹੀਦੀ ਸੀ, ਉਹਨਾਂ ਗੱਲਾਂ ਨਾਲੋਂ ਅੱਜ ਸਾਖੀ ਤੌਰ ਤੇ ਟਿੱਪਣੀਆਂ ਇੱਕ ਦੂਜੇ ਬਾਰੇ ਜ਼ਿਆਦਾ ਕੀਤੀਆਂ ਜਾ ਰਹੀਆਂ। ਇਹ ਟ੍ਰੇਨਿੰਗ ਸਾਡੀ ਕਿੱਥੋਂ ਆ ਰਹੀ ਆ, ਜਾਂ ਕਿਹੜੀ ਸੰਸਥਾ ਜਿਸ ਨੂੰ ਇਸ ਦੇ ਵਿੱਚ ਲੀਡ ਕਰਨਾ ਚਾਹੀਦਾ ਸੀ ਕਿ ਅਸੀਂ ਵੱਡੇ ਪ੍ਰੋਜੈਕਟਸ ਦੀ ਗੱਲ ਕਰੀਏ? ਜਿਵੇਂ ਸਰਬੱਤ ਖਾਲਸਾ ਪਹਿਲਾਂ ਹੁੰਦੇ ਸੀ, ਉਹਦੇ ਵਿੱਚ ਦੂਰ ਅੰਦੇਸ਼ੀ ਨਾਲ ਜਿਹੜੇ ਪ੍ਰੋਜੈਕਟ ਸਾਰੀ ਕੌਮੀ ਕਰਨ ਵਾਲੇ ਹੁੰਦੇ ਸੀ, ਉਹਨਾਂ ਦੀ ਗੱਲ ਹੁੰਦੀ ਸੀ। ਅੱਜ ਕੱਲ੍ਹ ਨਿੱਜੀ ਇੱਕ ਦੂਜੇ ਦੇ ਟਿੱਪਣੀਆਂ, ਸਾਖੀ ਟਿੱਪਣੀਆਂ ਉਹ ਜ਼ਿਆਦਾ ਹੋ ਰਹੀਆਂ। ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹਦੇ ਵਿੱਚ ਜਿੱਦਾਂ ਸੋਸ਼ਲ ਮੀਡੀਆ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹਦਾ ਵੀ ਇੱਕ ਬਹੁਤ ਵੱਡਾ ਰੋਲ ਆ। ਕਿਉਂਕਿ ਅੱਜ ਮੰਨ ਲਓ ਕੋਈ ਬੰਦਾ ਪੰਜਾਬ 'ਚ ਘਟਨਾ ਵਾਪਰਦੀ ਆ, ਹਰ ਬੰਦੇ ਦੇ ਕੋਲ ਮੋਬਾਈਲ ਆ, ਹਰ ਬੰਦੇ ਦੇ ਕੋਲ ਇੰਟਰਨੈਟ ਆ। ਇੰਝ ਕਹਿ ਲਓ ਵੀ ਇਕੱਲਾ ਬੰਦਾ ਅੱਜ ਦੇ ਸਮੇਂ 'ਚ ਪੱਤਰਕਾਰ, ਮਿੰਟਾਂ ਸਕਿੰਟਾਂ ਵਿੱਚ ਬੰਦਾ ਪੜਾਸ ਕੱਢ ਕੇ ਪਰਾਂ ਮਾਰਦਾ। ਗੱਲ ਫਿਰ ਉੱਥੇ ਆਉਂਦੀ ਵੀ ਅੰਦਰੋਂ ਖੋਖਲੇ ਹੋਣ ਕਰਕੇ ਕਿ ਅਸੀਂ ਗੱਲ ਕਰਨੀ, ਜਿਵੇਂ ਕਹਿੰਦੇ ਨਾ ਵੀ ਅਸੀਂ ਨਸ਼ੇੜੀ ਨਾਲ ਨਫ਼ਰਤ ਨਹੀਂ ਕਰਨੀ, ਅਸੀਂ ਉਹਦੇ ਨਸ਼ੇ ਨਾਲ ਨਫ਼ਰਤ ਕਰਨੀ ਆ। ਹੋ ਸਕਦਾ ਕੱਲ੍ਹ ਨੂੰ ਨਸ਼ਾ ਛੱਡ ਦੇਵੇ ਅਤੇ ਉਹ ਬੰਦਾ ਸਭ ਤੋਂ ਵਧੀਆ ਇਨਸਾਨ ਸਾਡੇ ਸਾਹਮਣੇ ਆ ਜਾਏ। ਅਸੀਂ ਸਮਾਜ ਵਿੱਚ ਕਿਤੇ ਵਿਚਰਦਿਆਂ ਮੈਨੂੰ ਲੱਗਦਾ ਕਿ ਅਸੀਂ ਇੰਨੀ ਨਫ਼ਰਤ ਪਾਲ ਕੇ ਬੈਠ ਗਏ ਹਾਂ ਕਿ ਜਦੋਂ ਉਹਨੇ ਗਾਤਰਾ ਪਾਇਆ, ਉਹਨੇ ਮੇਰੇ ਵਰਗਾ ਗਾਤਰਾ ਨਹੀਂ ਪਾਇਆ, ਉਹਨੇ ਮੇਰੇ ਵਰਗੀ ਵਰਦੀ ਨਹੀਂ ਪਾਈ, ਅਸੀਂ ਉਹਨੂੰ ਬੁਲਾਉਣ ਨੂੰ ਵੀ ਤਿਆਰ ਨਹੀਂ, ਉਹਦੇ ਹੱਥ ਦੀ ਦੇਗ ਲੈਣ ਨੂੰ ਤਿਆਰ ਨਹੀਂ ਆਏ ਅਤੇ ਬੰਦਾ ਪਰਾਂ ਚਲਾ ਗਿਆ। ਇਹੋ ਵਜ੍ਹਾ ਕਿ ਅੱਜ ਸਾਡੀ ਜਿਹੜੀ ਅਜੋਕੀ ਪੀੜ੍ਹੀ ਆ, ਨੌਜਵਾਨ ਵਾ, ਉਹ ਤੁਸੀਂ ਵੇਖ ਲਓ ਗੁਰਦੁਆਰੇ ਤੋਂ ਬਾਗੀ ਹੋ ਗਿਆ। ਉਹ ਕਹਿੰਦਾ ਵੀ ਜੇ ਇਹਨਾਂ ਦੀਆਂ ਲੜਾਈਆਂ ਤਾਂ ਨਿਬੜਦੀਆਂ ਨਹੀਂ ਹੈਗੀਆਂ, ਇਹ ਤਾਂ ਲੜ ਰਿਹਾ ਗੁਰਦੁਆਰਿਆਂ 'ਚ, ਡਾਂਗਾਂ ਕੱਢ ਕੇ ਅਤੇ ਡਾਂਗ ਸੋਟੇ ਚਲਾ ਰਹੇ ਆ, ਅਤੇ ਅਸੀਂ ਗੁਰਦੁਆਰੇ ਆਣ ਕੇ ਕੀ ਕਰਨਾ। ਤੋ ਇਹ ਬਿਮਾਰੀ ਉੱਥੋਂ ਆਈ ਨਾ, ਜਿਹੜੀ ਪਹਿਲਾਂ ਪਰਿਵਾਰਾਂ 'ਚ ਸੀ। ਇਹੋ ਜਿਹੇ ਬੰਦੇ ਸੰਸਥਾਵਾਂ 'ਚ ਆ ਗਏ, ਭਾਵੇਂ ਉਹ ਗੁਰਦੁਆਰੇ ਆ, ਭਾਵੇਂ ਜਿਹੜੀਆਂ ਦੂਜੇ ਧਾਰਮਿਕ ਸਾਡੇ ਅਦਾਰੇ ਆ। ਈਗੋ ਪ੍ਰੋਬਲਮ ਤੁਸੀਂ ਵੇਖ ਲਓ ਕਿੱਦਾਂ ਡਾਂਗਾਂ ਕੜਛੇ, ਮੈਨੂੰ ਲੱਗਦਾ ਵੀ ਆਪਾਂ ਪਤਾ ਹੀ ਆ ਸਾਨੂੰ ਵੀ ਕਿਹੜੇ ਗੁਰਦੁਆਰੇ ਦੇ ਕੇਸ ਚੱਲ ਰਹੇ ਆ। ਲੜਾਈ ਨਿੱਜੀ ਹੁੰਦੀ ਆ ਅਤੇ ਜਿਹੜੀਆਂ ਉਹਦੀਆਂ ਫੀਸਾਂ ਵਕੀਲਾਂ ਦੀਆਂ ਭਰਨੀਆਂ, ਗੋਲਕ ਵਿੱਚੋਂ ਭਰਨੀਆਂ। ਤੋ ਇਹ ਨੁਕਸਾਨ ਮੈਨੂੰ ਲੱਗਦਾ ਵੀ ਸਾਡੀ ਕੌਮ ਦਾ ਹੋ ਰਿਹਾ ਵਾ। ਪਰ ਉਹਦੇ ਵਾਸਤੇ ਮੈਨੂੰ ਲੱਗਦਾ ਵੀ ਜਦੋਂ ਤੱਕ ਕਈ ਵਾਰੀ ਐਸਾ ਹੁੰਦਾ ਜਿਹੜਾ ਸੁਹਿਰਦ ਬੰਦਾ, ਜਿਹੜਾ ਪੜ੍ਹਿਆ ਲਿਖਿਆ ਇੱਜ਼ਤਦਾਰ ਬੰਦਾ, ਉਹ ਤੁਹਾਨੂੰ ਲੱਗਦਾ ਇਹਨਾਂ ਲੜਾਈਆਂ ਤੋਂ ਡਰਦਾ, ਕਹਿੰਦਾ ਆਪਾਂ ਇਸੇ ਕਰਕੇ ਤੋਂ ਪਾਸੇ ਹਾਂ। ਜਦੋਂ ਤੱਕ ਸਿਆਣੇ ਬੰਦੇ, ਸੂਝਵਾਨ ਬੰਦੇ ਦੇ ਵਿੱਚ ਨਹੀਂ ਆਉਣਗੇ ਅਤੇ ਕਮਲੇ ਬੰਦੇ ਜਿਹੜੇ ਆ ਉਹ ਇਹਨਾਂ ਥਾਵਾਂ 'ਤੇ ਗੰਦ ਪਾਉਣਗੇ। ਜਦੋਂ ਤੱਕ ਅਸੀਂ ਆਪ ਸੂਝਵਾਨ ਜਿਹੜੇ ਬੰਦੇ ਆ, ਜਿਹੜੇ ਇਹ ਸੋਚਦੇ ਨਾ ਵੀ ਮੇਰੀ ਇੱਜ਼ਤ ਵਾ, ਜੇ ਮੈਂ ਵਿੱਚ ਗਿਆ ਤਾਂ ਮੈਂ ਆਪਣੀ ਇੱਜ਼ਤ ਕਿਉਂ ਖਰਾਬ ਕਰਾਂ, ਫਿਰ ਅਸੀਂ ਕਾਮਯਾਬ ਨਹੀਂ ਹੁੰਦੇ। ਮੰਨ ਲਓ ਮੈਂ ਉਸ ਇੱਜ਼ਤਦਾਰ ਨੂੰ ਇਹ ਸਵਾਲ ਕਰਦਾ, ਕੱਲ੍ਹ ਨੂੰ ਤੁਹਾਡਾ ਕੋਈ ਘਰ ਮੰਨ ਲਵੇ, ਤੁਹਾਡੀ ਕੋਈ ਜ਼ਮੀਨ ਮੰਨ ਲਵੇ, ਉੱਥੇ ਵੀ ਤਾਂ ਆਪਾਂ ਅੱਗੇ ਹੋ ਕੇ ਲੜਦੇ ਹਾਂ ਨਾ। ਅਤੇ ਜਦੋਂ ਇੱਥੋਂ ਦੀ ਗੱਲ ਆਉਂਦੀ ਆ ਅੱਜ ਸਾਡਾ ਵੇਸਲੇਪਣ ਦੇ ਨਾਲ, ਤਾਂ ਹੀ ਤੁਸੀਂ ਵੇਖੋ ਗੁਰਦੁਆਰੇ ਵੀ ਕਈਆਂ ਥਾਵਾਂ 'ਤੇ ਬਹੁਤ ਸਿਆਣੇ ਬੰਦਿਆਂ ਨੇ ਬਣਾਏ, ਉਹ ਲੜਾਈ ਤੋਂ ਡਰਦੇ ਪਿਛਾਂਹ ਹੋ ਗਏ ਅਤੇ ਕਰਮਕਾਂਡੀ ਲੋਕਾਂ ਨੇ ਉਹ ਸੰਸਥਾਵਾਂ ਮਾਰ ਲਈਆਂ। 1984 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰੇ ਢਾਏ ਜਾਂਦੇ, ਜਿਹੜੇ ਫਿਜ਼ੀਕਲ ਰੂਪ ਦੇ ਵਿੱਚ ਢਾਏ ਜਾਂਦੇ ਆ। ਹਾਂਜੀ। ਉਸ ਤੋਂ ਬਾਅਦ ਇਸ ਤਰ੍ਹਾਂ ਕਦੇ ਦੇਖਣ ਨੂੰ ਨਹੀਂ ਮਿਲਿਆ। ਹਾਂਜੀ। ਪਰ ਹਾਲਾਤ ਬਦਲੇ ਆ। ਅੱਜ ਤੁਹਾਨੂੰ ਲੱਗਦਾ ਕਿ ਸਾਈਕੀ ਦੇ ਲੈਵਲ 'ਤੇ ਜਾਂ ਮਨ ਦੇ ਮਾਨਸਿਕ ਤੌਰ 'ਤੇ ਬਹੁਤ ਕੁਝ ਢਾਇਆ ਜਾ ਰਿਹਾ ਸਿੱਖ ਪੰਥ ਦੇ ਵਿੱਚ? ਵੇਖੋ ਜੀ, ਉਦੋਂ ਗੁਰਦੁਆਰੇ ਢਾਏ ਜਾ ਰਹੇ ਸੀ, ਅੱਜ ਅੰਦਰੋਂ ਤੁਹਾਡੇ ਗੁਰੂ ਪ੍ਰਤੀ ਪਿਆਰ, ਉਹ ਜਜ਼ਬਾ, ਉਹ ਸਭ ਕੁਝ ਮਨਫੀ ਕੀਤਾ ਜਾ ਰਿਹਾ। ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਡੇਰੇਦਾਰ ਆਪਣੀਆਂ ਗੱਦੀਆਂ, ਆਸਣ, ਗਦੇਰੇ ਲਾ ਕੇ ਪੈਰਾਂ 'ਤੇ ਮੱਥੇ ਟਿਕਾ ਰਹੇ ਆ, ਉਹ ਤੁਹਾਡੇ ਅੰਦਰੋਂ ਕੀ ਖਤਮ ਕਰਨਾ ਚਾਹੁੰਦੇ ਆ? ਗਿਆਨੀ ਦੇਸ ਸਿੰਘ ਹੋਣਾ ਨੇ, ਉਹਨਾਂ ਬੇਦੀ ਪਰਿਵਾਰ ਦੇ ਜਿਹੜੇ ਆਗੂ ਸੀ ਉਸ ਵਕਤ ਦੇ, ਉਹਨਾਂ ਦੇ ਗਦੇਲੇ ਚੁੱਕ ਕੇ ਸਰੋਵਰ 'ਚ ਸੁੱਟੇ। ਅੱਜ ਜੇ ਕੋਈ ਗਿਆਨੀ ਦੇਸ ਸਿੰਘ ਦੇ ਰਾਹ 'ਤੇ ਤੁਰਨਾ ਚਾਹੁੰਦਾ ਤਾਂ ਤੁਸੀਂ ਵੇਖੋ ਨਾ, ਅੱਜ ਆਪਾਂ ਆਪਣੇ ਗੁਰਦੁਆਰੇ ਗੁਰਮਤਿ ਦੀ ਗੱਲ ਕਰਨੀ ਹੋਵੇ ਤਾਂ ਸਾਨੂੰ ਇੱਕਦਮ ਧਿਆਨ ਪੈਂਦਾ ਵੀ ਸਾਨੂੰ ਇੱਥੇ ਕੋਈ ਆਣ ਕੇ ਸਾਡੇ ਗੱਲ ਨਾ ਪੈ ਜੇ। ਮਤਲਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਤੇ ਇਹੋ ਜਿਹੇ ਬੰਦੇ ਆ ਜਿਹੜੇ ਇਹ ਚਾਹੁੰਦੇ ਆ। ਉੱਦਾਂ ਭਾਈ ਸਾਹਿਬ ਵਧੀਆ ਬੋਲਦੇ ਆ, ਪਰ ਜੇ ਕਿਤੇ ਬਾਬਿਆਂ ਦੀ ਗੱਲ ਮਾੜੀ ਜੀ ਨਾ ਕਰਨ ਤਾਂ ਹੋਰ ਵਧੀਆ ਹੋ ਜੇ। ਇਹਦਾ ਮਤਲਬ ਕਿਤੇ ਨਾ ਕਿਤੇ ਸਾਡੀ ਰੂਹ ਬਾਬਿਆਂ ਨਾਲ ਅੰਦਰੋਂ ਜੁੜੀ ਹੋਈ ਆ, ਵੀ ਅਸੀਂ ਉਹ ਸੁਣਨਾ ਨਹੀਂ ਚਾਹੁੰਦੇ। ਤਾਂ ਇਹਦਾ ਮਤਲਬ ਇਹ ਆ ਕਿ ਸਾਡੇ ਅੰਦਰੋਂ ਉਹ ਪਿਆਰ, ਉਹ ਕੌਮੀ ਜਜ਼ਬਾ, ਗੁਰੂ ਦੀ ਵਿਚਾਰਧਾਰਾ ਸਾਰਾ ਮਨਫੀ ਕੀਤਾ ਜਾ ਰਿਹਾ। ਉਹ ਬਿਲਡਿੰਗਾਂ ਢਾਈਆਂ ਫੇਰ ਬਣ ਗਈਆਂ, ਪਰ ਜਿਹੜਾ ਅੰਦਰੋਂ ਪਿਆਰ ਖਤਮ ਕੀਤਾ, ਜਿਹੜਾ ਅੰਦਰੋਂ ਸਿੱਖੀ ਵਿਚਾਰਧਾਰਾ ਖਤਮ ਕੀਤੀ, ਉਹ ਦੁਬਾਰਾ ਕਿੱਦਾਂ ਲੈ ਕੇ ਆਵਾਂਗੇ? ਤੁਸੀਂ ਵੇਖੋ ਅੱਜ ਕਿੰਨੇ % ਅਸੀਂ ਹੁਣ ਪਿੰਡਾਂ 'ਚ ਕੈਂਪ ਲਾਉਂਦੇ ਹਾਂ, ਬੱਚਿਆਂ ਨੂੰ ਗੁਰਮਤਿ ਦੀ ਗੱਲ ਕਰੀਦੀ ਆ, ਪਰ ਗੱਲ ਫਿਰ ਉੱਥੇ ਆਣ ਕੇ ਆਉਂਦੀ ਆ ਕਿ ਆਪਣੇ ਇਕੱਲੇ ਕੀਤਿਆਂ ਕੀ ਹੋਏਗਾ ਜਦੋਂ ਤੱਕ ਪਰਿਵਾਰ ਤੁਹਾਡੇ ਨਾਲ ਨਹੀਂ ਤੁਰਦੇ। ਜਿਹੜੇ ਪਰਿਵਾਰ ਤੁਰਦੇ ਆ, ਸਾਡਾ ਮੰਨਣਾ ਹੈ ਵੀ 4 ਦਿਨ ਜੇ ਬੱਚਾ ਕੈਂਪ ਅਟੈਂਡ ਕਰ ਜੇ ਨਾ, ਮੁੜ ਕੇ ਉਹਨੂੰ ਭਾਵੇਂ ਤੁਸੀਂ ਗੁਰਮਤਿ ਵੱਖਰੀ ਨਾ ਵੀ ਸਿਖਾਓ, 4 ਦਿਨਾਂ ਦੇ ਕੈਂਪ ਨੂੰ
ਲੈ ਕੇ ਵੀ ਉਹ ਬੱਚਾ ਸਾਰੀ ਜ਼ਿੰਦਗੀ ਆਪਣੀ ਜ਼ਿੰਦਗੀ ਉਹ ਚੇਤਾ ਰੱਖਦਾ ਵੀ ਮੈਨੂੰ ਕਿਸੇ ਕੈਂਪ ਦੇ ਵਿੱਚ ਇਹ ਗੱਲ ਸਿਖਾਈ ਗਈ ਸੀ। ਉਹ ਆਪਣੇ ਅੰਦਰ ਉਹ ਚੀਜ਼ ਚੇਤੇ ਰੱਖਦਾ, ਘਰ ਜਾ ਕੇ ਆਪਣੇ ਮਾਂ-ਬਾਪ ਨਾਲ ਸ਼ੇਅਰ ਕਰਦਾ। ਪਰ ਗੱਲ ਫਿਰ ਉੱਥੇ ਆਉਂਦੀ ਵੀ ਜਦੋਂ ਤੱਕ ਅਸੀਂ ਆਪ ਸਾਡੇ ਪਰਿਵਾਰ ਇਹ ਜ਼ਿੰਮੇਵਾਰੀ ਨਹੀਂ ਸਮਝਦੇ ਉਦੋਂ ਤੱਕ ਕਦੀ ਵੀ ਗੱਲ ਨਹੀਂ ਬਣਨੀ। ਬਿਲਡਿੰਗਾਂ ਢੱਠੀਆਂ ਫਿਰ ਬਣ ਗਈਆਂ ਅਕਾਲ ਤਖਤ 'ਤੇ। ਤੁਸੀਂ ਵੇਖੋ ਅਗਲਿਆਂ ਨੇ ਸੰਤਾ ਸਿੰਘ ਨਿਹੰਗ ਦੇ ਕੋਲੋਂ ਮਿੰਟੋ ਮਿੰਟੀ ਬਾਬਿਆਂ ਕੋਲੋਂ ਸੋਨਾ ਵੀ ਲਵਾਤਾ, ਅਕਾਲ ਤਖਤ ਦੇ ਨਿਸ਼ਾਨ ਵੀ ਮਿਟਾਤੇ, ਸਾਰਾ ਕੁਝ ਮਿਲ ਗਿਆ। ਪਰ ਜਿਹੜੇ ਅੰਦਰ ਤੁਹਾਡੇ ਉਹ ਸਿੱਖੀ ਵਿਚਾਰਧਾਰਾ ਢਾਈ ਜਾਂ ਜਿਹੜੇ ਗੁਰਦੁਆਰੇ ਹੋਏ ਸੋਝੀ ਪਾਏ ਸੀ ਵੀ ਜਿਹੜੇ ਸੋਝੀ ਦੇ ਸਥਾਨ ਸੀ ਉੱਥੋਂ ਅੱਜ ਸੋਝੀ ਕਿੱਥੇ ਮਿਲ ਰਹੀ ਹੈ, ਉੱਥੋਂ ਤੇ ਸਵਾਇਆ ਜਾ ਰਿਹਾ ਗੁਰਦੁਆਰਿਆਂ ਦੇ ਵਿੱਚ। ਤਾਂ ਇਹ ਮੈਨੂੰ ਲੱਗਦਾ ਕਿ ਜਿਹੜੀ ਗੱਲ ਮੈਂ ਪਹਿਲਾਂ ਕਹੀ ਵੀ ਜੇ ਸਾਡੀਆਂ ਜਾਇਦਾਦਾਂ ਉੱਤੇ ਕੋਈ ਕਬਜ਼ਾ ਕਰਦਾ ਤੇ ਅਸੀਂ ਮਰਨ ਤੋਂ ਪਹਿਲਾਂ ਪੀੜ੍ਹੀਆਂ ਨੂੰ ਦੱਸਦੇ ਹਾਂ ਵੀ ਪੋਤੇ ਜ਼ਮੀਨ ਤੁਹਾਡੀ ਹੈ, ਇਹ ਪਲਾਟ ਤੁਹਾਡਾ ਵਾ। ਇੱਥੇ ਵੀ ਅਸੀਂ ਥੋੜ੍ਹਾ ਜਿਹਾ ਇਸ ਬੰਨੇ ਵੀ ਧਿਆਨ ਦੇਈਏ। ਆਪਾਂ ਬਹੁਤ ਸਾਰੇ ਅਲੱਗ-ਅਲੱਗ ਵਿਸ਼ਿਆਂ ਨੂੰ ਅੱਜ ਦੀ ਗੱਲਬਾਤ ਦੇ ਵਿੱਚ ਛੋਇਆ ਟੱਚ ਕੀਤਾ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਵੱਡੇ ਪ੍ਰੋਜੈਕਟਸ ਉਹਨਾਂ ਦੀ ਵਿਜ਼ਨ ਹਾਂਜੀ ਸਾਨੂੰ ਕਿਤੋਂ ਨਹੀਂ ਦਿਸ ਰਹੀ। ਜਿਵੇਂ ਮੈਂ ਹੁਣੇ ਦੀ ਗੱਲ ਕਰਾਂ ਤਾਂ ਅੱਜ ਕੱਲ੍ਹ ਮਸਲਾ ਚੱਲ ਰਿਹਾ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਨ ਦਾ। ਹਾਂਜੀ ਤਾਂ ਅਕਾਲ ਤਖਤ ਦੇ ਜਥੇਦਾਰ ਉਹਨਾਂ ਦਾ ਬਿਆਨ ਆਉਂਦਾ ਕਿ 200 ਕਰੋੜ ਰੁਪਈਆ ਚਾਹੀਦਾ ਇਹ ਸ਼ੁਰੂ ਕਰਨ ਦੇ ਲਈ। ਬਹੁਤ ਸਾਰੇ ਕਾਬਲ ਵੀਰ ਆ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਆ ਜਾਂ ਪੰਜਾਬ ਦੇ ਵਿੱਚ ਹੀ ਹੋਣਗੇ ਜਿਹੜੇ IT ਨਾਲ ਸੰਬੰਧਿਤ ਹੋਣਗੇ, ਬਿਲਕੁਲ ਉਹ ਤਤਪਰ ਹੋਣਗੇ ਕਿ ਅਸੀਂ ਇਹਨਾਂ ਵੀਰਾਂ ਦੀ ਅਗਵਾਈ ਕਰੀਏ, ਹੈਲਪ ਕਰੀਏ। ਪਰ ਸ਼੍ਰੋਮਣੀ ਕਮੇਟੀ ਵੱਲੋਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਰਿਕੁਐਸਟ ਜਾਂ ਭਾਵਨਾ ਪ੍ਰਗਟ ਨਹੀਂ ਹੋਈ ਕਿ ਆਓ ਸਾਡੇ ਨਾਲ ਜੁੜੋ, ਅਸੀਂ ਆਹ ਕੰਮ ਕਰਨਾ ਚਾਹੁੰਦੇ ਹਾਂ। ਕੀ ਕਾਰਨ ਹੈ, ਇੰਨੀ ਕਲੋਜ਼ਨੈਸ ਕਿਉਂ ਆ, ਇਹ ਓਪਨਨੈਸ ਕਿਉਂ ਨਹੀਂ ਉੱਤੇ ਸਾਨੂੰ ਦੇਖ ਪਤਾ ਕੀ ਹੈ? ਜਿਹੜੇ ਹੁਣ ਤੁਸੀਂ 200 ਕਰੋੜ ਦੀ ਗੱਲ ਕੀਤੀ ਹੈ, ਮੈਨੂੰ ਇਹ ਲੱਗਦਾ ਵੀ ਇਹਦੇ ਪਿੱਛੇ ਵੀ ਇੱਕ ਵਜ੍ਹਾ ਵਾ ਵੀ ਐਡਾ ਵੱਡਾ ਦੱਸ ਦਿਓ ਖਰਚਾ ਤਾਂ ਕਿ ਕੱਲ੍ਹ ਨੂੰ ਕੋਈ ਬੰਦਾ ਕਹੇ ਜੇ ਤਾਂ ਖਰਚਾ ਜ਼ਿਆਦਾ ਤੇ ਹੌਲੀ ਹੌਲੀ ਸਮਾਂ ਪਾ ਕੇ ਫਿਰ ਉਧਰ ਨੂੰ ਤੁਰ ਪੈਣ ਜਿਹੜੀ ਚੀਜ਼ ਤੋਂ ਕੋਲੋਂ ਵੀ ਚਲੋ ਉਹ ਚੱਲ ਰਿਹਾ ਚੈਨਲ, ਕੋਈ ਗੱਲ ਨਹੀਂ, ਮਾੜੀ ਮੋੜ ਗਲਤੀ ਹੋਈ ਆ ਫਿਰ ਉਹਨੂੰ ਵਿੱਚ ਲੈ ਲਈਏ। ਖਰਚਾ ਇੰਨਾ ਵੱਡਾ ਦੱਸ ਦਿਓ ਵੀ ਵੇਖੋ ਜਦੋਂ ਚਾਹੀਦਾ ਇਹ ਸੀ ਵੀ ਸਾਡੀ ਕੌਮ 'ਚ ਬੜੇ ਪੜ੍ਹੇ ਲਿਖੇ ਹੈਗੇ ਆ ਜਿਹੜੇ ਸਾਰੀ ਸੇਵਾ ਸੰਭਾਲ ਕਰਦੇ, ਬੜੀ ਉਹਨਾਂ ਦੀ ਹੈਲਪ ਕਰ ਸਕਦੇ ਆ, ਉਹਨਾਂ ਦੀ ਅਗਵਾਈ ਕਰ ਸਕਦੇ ਆ। ਪਰ ਗੱਲ ਇਹ ਆ ਨਾ ਵੀ ਇਹਨਾਂ ਕੰਮਾਂ ਵਿੱਚੋਂ ਹੀ ਤਾਂ ਉਹਨਾਂ ਨੇ ਕਵਲੇ ਕਰਨੇ। ਅਗਲੇ ਕਿਉਂ ਕਹਿਣਗੇ ਵੀ ਤੁਸੀਂ ਸਾਡੀ ਆਣ ਕੇ ਸੇਵਾ ਕਰੋ? ਨਿੱਕੇ ਨਿੱਕੇ ਕੰਮਾਂ 'ਚ ਅਗਲੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧ ਸੁਧਾਰ ਦੇ ਵਿੱਚ ਭੋਗ ਪੈਣਾ ਵਾ ਮੈਨੇਜਰ ਦੀ ਮਾਂ ਦਾ। ਮੈਨੇਜਰ ਦੀ ਮਾਂ ਤੇ ਹੁਣ ਮੈਨੇਜਰ ਦੀ ਆ ਨਾ, ਉਹ ਤੇ ਸ਼੍ਰੋਮਣੀ ਕਮੇਟੀ ਦੀ ਮਾਂ ਤੇ ਹੈ ਨਹੀਂ ਗੀ। ਮਾਂ ਗੁਰਦੁਆਰੇ ਦੇ ਮੈਨੇਜਰ ਦੀ ਆ ਤੇ ਲੰਗਰ ਗੁਰਦੁਆਰੇ ਦੇ ਵਿੱਚ ਬਣਨਾ। ਸੈਂਕੜੇ ਇੱਦਾਂ ਦੀਆਂ ਉਦਾਹਰਨਾਂ ਮਿਲ ਜਾਣਗੀਆਂ ਜਿਹੜੇ ਇੱਕ ਨਿੱਕੇ ਜਿਹੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੇ ਭੋਗ 'ਤੇ ਕੱਲ੍ਹ ਤੱਕ ਸ਼੍ਰੋਮਣੀ ਆਪਣਾ ਅਕਾਲੀ ਦਲ ਦੀਆਂ ਇਲੈਕਸ਼ਨਾਂ ਦੇ ਵਿੱਚ ਲੰਗਰ ਇੱਥੋਂ ਬਣ ਕੇ ਜਾਣਾ। ਤਾਂ ਹੀ ਤੇ ਅਗਲੇ ਨੂੰ ਜਦੋਂ ਸ਼੍ਰੋਮਣੀ ਕਮੇਟੀ ਥੱਲੇ ਨਿਕਲ ਰਹੀ ਆ ਤੇ ਤਕਲੀਫ ਪਿੱਟ ਸਿਆਪਾ ਪਿਆ ਵੀ ਕਿਤੇ ਸਾਡਾ ਨੁਕਸਾਨ ਨਾ ਹੋ ਜੇ। ਤੇ ਐਡੀ ਵੱਡੀ ਜਿਹੜੀ 200 ਕਰੋੜ ਦੀ ਆਪਾਂ ਗੱਲ ਕਰਦੇ ਹਾਂ, ਅੱਜ ਮੰਨ ਲਓ ਅੱਜ ਅਕਾਲ ਤਖਤ ਤੋਂ ਇਹ ਆ ਜਾਏ ਵੀ ਸਾਨੂੰ ਕੋਈ ਪੜ੍ਹਿਆ ਲਿਖਿਆ ਨੌਜਵਾਨ ਵਰਗ, ਮੈਨੂੰ ਲੱਗਦਾ ਅਮਰੀਕਾ 'ਚ ਤੁਹਾਡੇ ਕਈ ਨੌਜਵਾਨ ਖੜੇ ਹੋ ਜਾਣੇ ਵੀ ਅਸੀਂ ਪੜ੍ਹੇ ਲਿਖੇ ਸੇਵਾ ਕਰਦੇ ਹਾਂ ਜੀ, ਸਾਨੂੰ ਦਿਓ ਸੇਵਾ ਦਾ ਮੌਕਾ। ਪਰ ਅਗਲੇ ਕਿਉਂ ਕਹਿਣਗੇ? ਇਸੇ ਹਨੇਰਗਰਦੀ ਦੇ ਵਿੱਚ ਤੇ ਅਗਲੇ ਨੇ ਗੱਫੇ ਛਕਣੇ। ਇਹ 'ਚ ਤਾਂ ਸਭ ਕੁਝ ਉਹਨਾਂ ਨੂੰ ਮਿਲਣਾ ਤੇ ਪਤਾ ਜਹੇਦਾਰਾਂ ਨੂੰ ਵੀ ਇਸ ਗੱਲ ਦਾ ਪਤਾ ਹੈਗਾ ਵੀ ਇਹਦੇ ਵਿੱਚੋਂ ਕਿਹਨਾਂ ਨੇ ਕਿੰਨੇ ਠੂੰਗੇ ਮਾਰਨੇ। ਸੋ ਜਿਹੜੀ ਗਿਆਨ ਦੀ ਹਨੇਰੀ ਦੀ ਗੱਲ ਕਬੀਰ ਸਾਹਿਬ ਕਰਦੇ ਆ, ਜਿਹੜੀ ਆਈ ਸੀ, ਹਾਂਜੀ, ਉਹ ਹਨੇਰੀ ਮੇਰਾ ਖਿਆਲ ਜ਼ਿਆਦਾ ਕਹਿ ਲਈਏ ਠੱਲ ਪੈ ਚੁੱਕੀ ਹੈ ਜਾਂ ਪੁਜਾਰੀਵਾਦ ਨੇ ਉਸ ਹਨੇਰੀ ਨੂੰ ਇੰਨਾ ਉਹਦੀ ਡਾਇਰੈਕਸ਼ਨ ਬਦਲ ਦਿੱਤੀ ਹੈ। ਤੇ ਜਿਸ ਹਨੇਰੀ ਨੇ ਜਿਹੜੇ ਭਰਮਾਂ ਦੇ ਗੜ੍ਹ ਤੋੜਨੇ ਸੀ, ਮਾੜੇ ਮੋਟੇ ਜਿਹੜੇ ਹੋਰ ਸਾਡੇ ਆਸੇ ਪਾਸੇ ਕਨਫਿਊਜ਼ਨ ਸਨ ਉਹ ਖਤਮ ਕਰਨੀਆਂ ਸਨ, ਉਹ ਮੇਰੇ ਖਿਆਲ ਵਧਾ ਰਹੇ ਆ। ਇਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਸਾਡੀਆਂ ਦੁਕਾਨਾਂ ਉਸੇ ਤਰ੍ਹਾਂ ਅੱਗੇ ਚੱਲਦੀਆਂ ਰਹਿਣਗੀਆਂ। ਸੋ ਇਹ ਉਹਨਾਂ ਦਾ ਕਹਿ ਲਓ ਵੱਡਾ ਪਰਪਸ ਆ ਜਾਂ ਇਸ ਤਰ੍ਹਾਂ ਦੀ ਇੰਜੀਨੀਅਰਿੰਗ ਉਹ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖ ਕੌਮ ਉਹ ਕਨਫਿਊਜ਼ਨ ਦੀ ਸਥਿਤੀ ਦੇ ਵਿੱਚ ਵਿਚਰਦੀ ਰਹੇ। ਵੇਖੋ ਜੀ, ਮੈਂ ਸਿੱਧੀ ਜੀ ਗੱਲ ਦੱਸਦਾ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ। ਵੇਖੋ ਆਪਾਂ ਨਾਨਸਰੀਆਂ ਦੀ ਗੱਲ ਕਰਦੇ ਹਾਂ, ਤੁਹਾਡੇ ਇੱਥੇ ਬੈਠਾ ਵਾ ਗੁਰਪਾਲ ਸਿੰਘ ਹੰਸਰਾ। ਮੈਨੂੰ ਯਾਦ ਆ ਕਿ ਮੈਂ ਇੱਥੇ ਆਪਣਾ ਮਲੇਰਕੋਟ ਦੇ ਲਾਗੇ ਇੱਕ ਪਿੰਡ ਆ, ਉੱਥੇ ਮੈਂ ਦੀਵਾਨ 'ਚ ਗੱਲ ਕਰਦਿਆਂ ਕਥਾ 'ਚ ਕਹੀ ਕਿ ਨਾਨਸਰ ਭਗਤੀ ਦਾ ਘਰ ਕਿਉਂ, ਇਹ ਕੁਐਸਚਨ ਕੀਤਾ ਮੈਂ। ਕੀ ਕੁਐਸਚਨ ਕਰਨਾ ਹਰ ਇੱਕ ਨੂੰ ਆਕਾ ਨਾ, ਬਿਲਕੁਲ ਇਹ ਮੇਰੇ 'ਤੇ ਕਰ ਸਕਦੇ। ਮੈਂ ਕੁਐਸਚਨ ਕੀਤਾ, ਨਾਲੇ ਸੰਗਤ 'ਚ ਕੀਤਾ, ਇਹਦੀ ਕੋਈ ਮੈਂ ਬੰਦ ਕਮਰੇ 'ਚ ਕੀਤਾ, ਉਹ ਵੀਡੀਓ ਨੈੱਟ 'ਤੇ ਪਈ ਹੋਈ ਹੈ ਵੀ ਨਾਨਕਸਰ ਐਸੀ ਕਿਹੜੀ ਭਗਤੀ ਹੋਈ ਹੈ ਜਿਹਦੇ ਬਾਰੇ ਕਹਿੰਦੇ ਨਾਨਕਸਰ ਭਗਤੀ ਦਾ ਘਰ, ਜਿੱਥੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਆ, ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਉਹਨੂੰ ਭਗਤੀ ਦਾ ਘਰ ਕਿਉਂ ਨਹੀਂ ਕਹਿੰਦੇ ਅਸੀਂ? ਜਿਹਨੂੰ ਅੱਲਾ ਯਾਰ ਖਾਂ ਜੋਗੀ ਕਹਿੰਦਾ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ लिए, जहाँ बाप ने बच्चे कटाए खुदा के लिए। दरबार ਸਾਹਿਬ ਭਗਤੀ ਦਾ ਘਰ ਕਿਉਂ ਨਹੀਂ?
ਆਨੰਦਪੁਰ ਸਾਹਿਬ ਭਗਤਿਆ ਘਰ ਕੋਈ ਨਹੀਂ। ਅੱਛਾ, ਨਾਨਕ ਸਰ ਦਾ ਕਿਸੇ ਗੁਰਦੁਆਰੇ ਨਾਲ, ਗੁਰੂ ਘਰ ਨਾਲ ਕੋਈ ਸੰਬੰਧ ਨਹੀਂ, ਜਾਣੀ ਕਿ ਕਿਸੇ 10 ਪਾਤਸ਼ਾਹੀਆਂ 'ਚੋਂ ਕੋਈ ਇਤਿਹਾਸਕ ਸਥਾਨ ਤਾਂ ਨਹੀਂ ਹੈਗਾ, ਉਹਨੂੰ ਇਹ ਭਗਤਿਆ ਘਰ ਬਣਾ ਕੇ ਪੇਸ਼ ਕਰ ਰਿਹਾ। ਮੇਰੇ ਉਸੇ ਸਵਾਲ ਨੂੰ ਬਣਾ ਕੇ ਮੇਰੇ 'ਤੇ ਇਹਨਾਂ ਨੇ ਰਿਟਾਂ ਪਵਾਈਆਂ ਉੱਥੇ ਹਾਈ ਕੋਰਟ ਦੇ ਵਿੱਚੋਂ 13 ਰਿਟਾਂ ਪਈਆਂ, ਉਹ 'ਚੋਂ ਇੱਕ ਦੇ ਉੱਤੇ ਮੇਰੇ 'ਤੇ FIR ਕੱਟੀ ਗਈ 295 ਦਾ ਪਰਚਾ, ਮੈਂ ਜ਼ਮਾਨਤ ਕਰਾ ਲਈ, ਨਾਲ ਹੀ ਮੈਂ ਆਪਣਾ ਵਕੀਲ ਅੱਗੋਂ ਕੀਤਾ। ਹੁਣ ਮੈਂ ਇਹ ਦੱਸਣਾ ਚਾਹੁੰਦਾ ਵੀ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੇ ਆਂਦੇ ਸਾਡੇ ਬਾਬਿਆਂ 'ਚ ਇੰਨੀਆਂ ਸ਼ਕਤੀਆਂ, ਤੁਹਾਨੂੰ ਹਾਈ ਕੋਰਟ ਜਾਣ ਦੀ ਲੋੜ, ਤੁਸੀਂ ਤੇ ਬਾਬੇ ਦੀ ਸ਼ਕਤੀ ਨਾਲ ਮੇਰੀ ਜ਼ੁਬਾਨ ਬੰਦ ਕਰ ਦਿਓ। ਤੁਹਾਡੇ ਬਾਬੇ ਤਾਂ ਸ਼ਕਤੀਆਂ ਨਾਲ ਧੀਆਂ ਤੋਂ ਪੁੱਤ ਬਣਾਈ ਜਾਂਦੇ ਅਰਦਾਸਾਂ ਨਾਲ, ਤੁਹਾਡੇ ਤੇ ਬਾਬੇ ਕੱਟੀਆਂ ਤੋਂ ਕੱਟੇ, ਕੱਟਿਆਂ ਤੋਂ ਕੱਟੀਆਂ ਤੇ ਕੱਟੀਆਂ ਤੋਂ ਕੱਟੇ ਬਣਾਈ ਜਾਂਦੇ ਆ। ਤੇ ਤੁਸੀਂ ਹਾਈ ਕੋਰਟ ਨੂੰ ਉਹਨੂੰ ਜਾ ਕੇ ਵਕੀਲਾਂ ਨੂੰ ਫੀਸਾਂ ਭਰਨ ਦੇ ਜੇ ਮੈਨੂੰ ਫਸਾਉਣ ਲਈ, ਤੇ ਜੇ ਕੋਈ ਹੋਰ ਪਰਚਾ ਤੁਹਾਡੇ ਗਾੜੀ ਲੰਮਾ ਪੈਂਦਾ, ਮੈਂ ਲੰਮਾ ਨਹੀਂ ਪਿਆ, ਮੈਂ ਅੜ ਗਿਆ ਗਾੜੀ, ਮੈਂ ਆ ਜਾਓ, ਮੈਂ ਅੱਜ ਵੀ ਉਹਨਾਂ ਬਾਰੇ ਉੱਦਾਂ ਹੀ ਬੋਲਦਾ। ਇਹਦਾ ਅਰਥ ਇਹ ਆ ਵੀ ਇਹ ਗੈਂਗ, ਇਹ ਮਾਫੀਆ ਵਾ, ਜਿਵੇਂ ਕੋਈ ਰੇਤ ਮਾਫੀਆ, ਕੇਬਲ ਮਾਫੀਆ, ਇਹ ਸਾਧ ਮਾਫੀਆ ਵਾ। ਤੇ ਇਹਨੇ ਸਾਧ ਮਾਫੀਆ ਗਾੜੀ ਸਾਨੂੰ ਅੜਨਾ ਪੈਣਾ, ਜੇ ਨਹੀਂ ਅੜਾਂਗੇ ਇਹ ਸਾਨੂੰ ਨੱਪ ਕੇ ਲੈ ਜਾਣਗੇ। ਜਿਵੇਂ ਉਹ ਰੋਡ ਦੇ ਉੱਤੇ ਨਹੀਂ ਬੁਲਡੋਜ਼ਰ ਚੱਲਦਾ ਹੁੰਦਾ, ਐ ਸੜਕ ਨੂੰ ਨੱਪੀ ਆਉਂਦਾ, ਇਹ ਸਿਰਫ ਉਹ ਚੀਜ਼ ਆ ਇਹਨਾਂ ਗਾੜੀ। ਮੈਂ ਤਾਂ ਰਾਗੀਆਂ ਪ੍ਰਚਾਰਕਾਂ ਨੂੰ ਕਹਿਣਾ ਨਾ ਕਿ ਅੱਜ ਰਾਗੀ ਪ੍ਰਚਾਰ ਸਾਡੀ ਕੌਮ ਦੀ ਏਕਾ ਕਰ ਲੈਣਾ, ਕਿ ਮੈਂ ਕਿਸੇ ਸਾਧ ਦੀ ਬਰਸੀ 'ਤੇ ਨਹੀਂ ਜਾਣਾ। 10 ਸਾਲ ਦੀ ਲੋੜ ਨਹੀਂ, 1 ਸਾਲ 'ਚ ਸਾਧ ਖਤਮ ਹੋ ਜਾਣਗੇ। ਪ੍ਰੋਬਲਮ ਤਾਂ ਇਹ ਵੀ ਜਦੋਂ ਸਾਡੇ ਇਹ ਰਾਗੀ ਪ੍ਰਚਾਰਕ ਉਹਨਾਂ ਦੀਆਂ ਬਰਸੀਆਂ 'ਤੇ ਜਾਂਦੇ ਆ, ਉੱਥੋਂ ਲਿਫਾਫੇ ਮੋਟੇ ਮਿਲਦੇ ਆ, ਉਹਨਾਂ ਦੇ ਸੋਹਲੇ ਗਾਉਂਦੇ ਆ, ਇਸੇ ਕਰਕੇ ਬਹੁਤੇ ਰਾਗੀ ਪ੍ਰਚਾਰਕ ਵੀ ਮੇਰੇ ਨਾਲ ਉਹ ਸਹਿਮਤ ਨਹੀਂ ਹੈਗੇ। ਪਰ ਮੈਂ ਕਹਿੰਦਾ ਹੁੰਦਾ ਕਿ ਗੱਲ ਕੱਖ ਵੀ ਨਹੀਂ ਗੀ, ਅੱਜ ਅਸੀਂ ਸਹੀ ਹੋ ਜਾਈਏ ਨਾ, ਐ ਜੜੋਂ ਪੁੱਟੇ ਜਾਣਗੇ ਸਾਰੇ। ਵੇਖੋ ਆ ਤੁਹਾਡੇ ਸਾਹਮਣੇ ਇਲੈਕਸ਼ਨ 'ਚ ਬੜੇ ਬੜੇ ਥੰਮ ਡਿੱਗ ਪਏ, ਪਰ ਪਬਲਿਕ ਦੇ ਕੋਲ ਸਭ ਕੁਝ ਆ। ਜੇ ਪਬਲਿਕ ਦੇ ਜਦੋਂ ਕਿਸਾਨ ਅੰਦੋਲਨ ਚੱਲਿਆ, ਉਦੋਂ ਉਹਨਾਂ ਨੂੰ ਇੱਕੋ ਗੱਲ ਆਖੀ ਸੀ ਕਿ ਜਾਗ ਜਾਓ, ਤੁਹਾਡੀ ਵੋਟ 'ਚ ਬੜੀ ਵੱਡੀ ਤਾਕਤ ਜੇ। ਤਾਂ ਵੇਖੋ ਆਮ ਪਾਰਟੀ ਨੂੰ ਲੈ ਕੇ ਆਏ ਅਗਲੇ, ਉਹ ਕੀ ਕਰਦੀ ਹੈ ਬਾਅਦ ਦੀਆਂ ਗੱਲਾਂ, ਉਹਨੇ ਕਿੰਨਾ ਚੰਗਾ ਮਾੜਾ ਇਹ ਉਹਨਾਂ ਦਾ ਆਉਣ ਵਾਲੇ ਸਮਾਂ ਦੱਸੂ। ਪਰ ਇੱਕ ਵਾਰੀ ਵੱਡੇ ਵੱਡੇ ਪਿੱਲਰ ਸੁੱਟ ਦਿੱਤੇ। ਤੇ ਮੈਂ ਕਹਿੰਦਾ ਜੇ ਇਹੋ ਜਿਹੀ ਹਨੇਰੀ ਇੱਧਰ ਵੀ ਕਰ ਲਈਏ ਆਪਾਂ ਇੱਕ ਵਾਰੀ, ਵੀ ਆਹ ਬਾਬੇ ਜਿਨ੍ਹਾਂ ਨੇ ਇਹਨਾਂ ਨੇ ਪਖੰਡ ਕੀਤੇ ਆ, ਇੰਨੇ ਸਾਲ ਤੁਸੀਂ ਪਖੰਡੀਆਂ ਨੂੰ ਦਿੱਤੇ, ਥੋੜ੍ਹਾ ਸਮਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਕਰਕੇ ਵੇਖਿਓ ਤੁਸੀਂ ਘਰ 'ਚ ਕਿੱਦਾਂ ਤੁਹਾਡੇ ਘਰਾਂ ਦੇ ਮਾਹੌਲ ਬਦਲਦੇ। ਬਿਲਕੁਲ ਬਿਲਕੁਲ। ਆਪਾਂ ਪਹਿਲਾਂ ਦੇਗ ਦੀ ਗੱਲ ਕੀਤੀ ਆ, ਪੋਲੀਟੀਕਲ ਰਾਈਟਸ, ਇਕਨੋਮਿਕ ਰਾਈਟਸ ਦੀ ਗੱਲ ਕੀਤੀ ਆ, ਫਾਰਮਰਸ ਮੂਵਮੈਂਟ ਹੁਣੇ ਮੁਕੰਮਲ ਹੋਈ ਆ, ਜਿੱਤ ਕੇ ਉਹ ਵਾਪਸ ਆਏ ਆ। ਤੁਸੀਂ ਨਜ਼ਦੀਕ ਦੇ ਤੌਰ 'ਤੇ ਗਰਾਊਂਡ ਲੈਵਲ 'ਤੇ ਰਹਿ ਕੇ ਉੱਥੇ ਵਿਚਰੇ ਹੋ, ਉਸ ਮੂਵਮੈਂਟ ਨੂੰ ਤੁਸੀਂ ਦੇਖਿਆ ਗਾ, ਕੀ ਮਹਿਸੂਸ ਕੀਤਾ ਉੱਥੇ ਵਿਚਰ ਕੇ? ਕੀ ਤੁਹਾਨੂੰ ਲੱਗਿਆ? ਜਿਹੜੇ ਅਸੀਂ ਅਕਸਰ ਪੁਰਾਣੀਆਂ ਗੱਲਾਂ ਕਰ ਦਿੰਦੇ ਆ ਇਤਿਹਾਸ ਦੀਆਂ ਕਿ ਉਦੋਂ ਆ ਹੋਇਆ ਸੀ, ਇਹ ਹੁਣ ਬਿਲਕੁਲ ਨਵਾਂ ਇਤਿਹਾਸ ਸਿਰਜਿਆ ਗਿਆ, ਨਵਾਂ ਹੋਇਆ। ਬਿਲਕੁਲ। ਕੀ ਦੇਖਿਆ ਤੁਸੀਂ ਉੱਥੇ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਕਿਸਾਨੀ ਅੰਦੋਲਨ ਇੱਕ ਇੱਦਾਂ ਦੀ ਚੀਜ਼ ਬਣੀ ਕਿ ਜਿਉਂ-ਜਿਉਂ ਇਹਦੇ ਨਾਲ ਜੁੜਦੇ ਗਏ, ਜਿਹੜਾ ਵੀ ਜੁੜਦਾ ਗਿਆ ਉਹਦਾ ਅੰਦਰੋਂ ਪਿਆਰ ਹੁੰਦਾ ਗਿਆ, ਉਹਨੂੰ ਇਹ ਲੱਗਾ ਵੀ ਨਹੀਂ। ਤੇ ਇਸ ਗੱਲ ਸੱਚੀ ਸੀ ਕਿ ਉੱਥੇ ਜ਼ਮੀਨ ਵਾਲਾ ਵੀ ਬੈਠਾ ਸੀ, ਜਿਹਦੀ ਜ਼ਮੀਨ ਨਹੀਂ ਸੀ ਹੈਗੀ ਉਹ ਵੀ ਬੈਠਾ ਸੀ। ਇਹ ਇੱਕ ਐਸਾ ਅੰਦੋਲਨ ਅਸੀਂ ਆਪਣੀ ਅੱਖੀਂ ਵੇਖਿਆ ਉੱਥੇ ਰਹਿ ਕੇ ਕਿ ਦੁਕਾਨਾਂ ਵਾਲੇ, ਚਾਹੇ ਉਹਨਾਂ 'ਚ ਹਿੰਦੂ ਵੀਰ ਸੀ, ਚਾਹੇ ਉਹਨਾਂ 'ਚ ਮੁਸਲਮਾਨ ਵੀਰ ਸੀ, ਕਈ ਸ਼ਹਿਰੀ ਵੀਰ ਆਪਣੇ, ਕਈਆਂ ਸਾਡੇ ਕੋਲ ਉੱਥੇ ਇੱਕ ਵੀਰ ਆ ਸੁਖਜਿੰਦਰ ਸਿੰਘ ਚਾਕਰ, ਦਰਬਾਰ ਸਾਹਿਬ ਭੱਟਾਂ ਦੇ ਸੋਈਏ ਜਦੋਂ ਪੜ੍ਹਦੇ ਆ ਨਾ ਸਵੇਰੇ, ਤੋਂ ਉਹ ਇੱਥੋਂ ਲੁਧਿਆਣੇ ਸਪੈਸ਼ਲ ਜਾਂਦਾ ਦਰਬਾਰ ਸਾਹਿਬ ਪੜ੍ਹਨ ਵਾਸਤੇ। ਮੈਨੂੰ ਲੱਗਦਾ ਵੀ ਉਹ ਜਿੰਨਾ ਚਿਰ ਕਿਸਾਨੀ ਅੰਦੋਲਨ ਚੱਲਿਆ, ਉਹਨੇ ਹਰ ਸ਼ਨੀਵਾਰ ਆਉਣਾ, ਸ਼ੁੱਕਰਵਾਰ ਆਉਣਾ, ਐਤਵਾਰ ਤੇ 2-3 ਦਿਨ ਆਣ ਕੇ ਉਹਨੇ ਸੇਵਾ ਕਰਕੇ ਜਾਣੀ। ਉਹਨੂੰ ਕਈਆਂ ਨੇ ਸਵਾਲ ਕਰਨਾ ਵੀ ਤੇਰੀ ਕਿਹੜੀ ਜ਼ਮੀਨ ਆ? ਉਹਦਾ ਜਵਾਬ ਹੁੰਦਾ ਸੀ, ਉਹਦਾ ਜ਼ਮੀਨ ਨਹੀਂ ਹੈਗੀ, ਜ਼ਮੀਰ ਤੇ ਹੈਗੀ ਨਾ ਮੇਰੀ, ਵੀ ਮੇਰੇ ਬੱਚੇ ਰੋਟੀ ਖਾਂਦੇ ਆ, ਮੇਰੇ ਬੱਚੇ ਦੁੱਧ ਪੀਂਦੇ ਆ, ਮੈਂ ਜ਼ਮੀਰ ਤੇ ਮੇਰੀ ਹੈਗੀ ਹੈ ਨਾ। ਤਾਂ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਉਹਨਾਂ ਬੰਦਿਆਂ ਨੇ, ਜਿਹੜੇ ਬੰਦੇ ਦਿਨ ਰਾਤ ਉੱਥੇ ਲੈ ਕੇ ਬੈਠੇ ਰਹੇ, ਇੱਥੋਂ ਤੁਹਾਡੇ ਵੀਰਾਂ ਨੇ ਕਿੰਨਾ ਫੰਡ ਇਕੱਠਾ ਕਰਕੇ ਭੇਜਿਆ, ਬੁੱਝ ਦੇ ਦੀਵੇ 'ਚ ਤੇਲ ਪਾਇਆ, ਹਰ ਇੱਕ, ਮੈਂ ਕਹਿੰਦਾ ਵੀ ਦੁਨੀਆ ਦੇ ਕੋਨੇ-ਕੋਨੇ ਤੋਂ ਹਰ ਇੱਕ ਪੱਖੋਂ ਸਹਿਯੋਗ, ਕਈ ਵਿਦੇਸ਼ਾਂ 'ਚੋਂ ਸਪੈਸ਼ਲ ਵੀ ਗਏ ਉੱਥੇ, ਕਈ ਬੱਚੇ ਐਸੇ, ਕਈ ਬੀਬੀਆਂ ਉੱਥੇ ਐਸੇ ਜਿਹੜੀਆਂ ਜਾ ਕੇ ਉਹਨਾਂ ਨੇ ਉੱਥੇ ਸੇਵਾ ਕੀਤੀ। ਕਈ ਹਿੰਦੂ ਪਰਿਵਾਰ ਉੱਥੇ, ਸਾਡੇ ਕੋਲ ਉੱਥੇ ਇੱਕ ਡਾਕਟਰ ਸੀ, ਇੱਕ ਹਿੰਦੂ ਪਰਿਵਾਰ ਦੀ ਲੜਕੀ ਸੀ ਸਾਡੇ ਕੋਲ, ਉਹ ਪਹਿਲਾਂ ਥੋੜ੍ਹੇ ਦਿਨ ਵਾਸਤੇ ਸੇਵਾ ਕਰਨ ਆਈ, ਪਰ ਉਹਦੀ ਇੰਨੀ ਅਟੈਚਮੈਂਟ ਹੋ ਗਈ, ਉਹਨੇ ਡੇਲੀ ਮਤਲਬ ਸਾਡੇ ਕੋਲ ਆਉਣਾ। ਅਤੇ ਮੈਨੂੰ ਯਾਦ ਆ ਕਿ ਇੰਨੀ ਟ੍ਰੈਫਿਕ ਹੁੰਦੀ ਸੀ ਵੀ ਉਹਨੂੰ 2-3 ਕਿਲੋਮੀਟਰ ਪੈਦਲ ਤੁਰ ਕੇ ਆਉਣਾ ਪੈਂਦਾ ਸੀ। ਅਤੇ ਤੁਸੀਂ ਵੇਖੋ ਜਦੋਂ ਇਹੋ ਜਿਹੇ ਮਾਹੌਲ ਵਿੱਚ ਲੋਕ ਆਪਣੇ ਪੁੱਤ ਨੂੰ ਨਹੀਂ ਘੱਲ ਕੇ ਰਾਜੀ, ਕਿੱਡਾ ਵੱਡਾ ਮਾਂ ਬਾਪ ਦਾ ਜਿਗਰਾ ਵਾ ਕਿ ਉਹ 2.5-3 ਕਿਲੋਮੀਟਰ ਉਹ ਭੈਣ ਤੁਰ ਕੇ ਸਾਡੇ ਕੋਲ ਉਸ ਅੰਦੋਲਨ ਦੇ ਵਿੱਚ ਆਉਂਦੇ, ਕਿਰਦਾਰ ਬਾਹਰ ਸਾਹਮਣੇ ਦਿਸ ਰਿਹਾ ਸੀ। ਅਤੇ ਜਦੋਂ ਅਸੀਂ ਉੱਥੋਂ ਤੁਰੇ ਆ ਨਾ,
ਅੱਜ ਵੀ ਨੈੱਟ ਤੇ ਵੀਡੀਓ ਪਈ ਆ, ਉਹ ਦੋਨਾਂ ਭੈਣਾਂ ਨੇ ਅੱਖਾਂ 'ਚ ਅਥਰੂ ਸੀ ਕਿ ਅੱਜ ਸਾਡੇ ਕੋਲ ਸਾਡਾ ਪਰਿਵਾਰ, ਸਾਡੇ ਭਰਾ ਸਾਡੇ ਕੋਲ, ਮਤਲਬ ਇਸ ਕਿਸਾਨੀ ਅੰਦੋਲਨ ਨੇ ਨਾ ਹਿੰਦੂ, ਮੁਸਲਮਾਨ, ਸਿੱਖ ਸਾਰੇ ਇਕੱਠੇ ਕਰਕੇ ਵਿਖਾਤੇ। ਤੇ ਐਵੇਂ ਨਹੀਂ ਕੇਂਦਰ ਸਰਕਾਰ ਨੇ ਕਾਨੂੰਨ 3 ਵਾਪਸ ਲੈ, ਕਿਤੇ ਨਾ ਕਿਤੇ ਸਾਡੀ ਉਹ ਏਕਤਾ ਜਿਹੜੀ ਉਹ ਰੰਗ ਵਿਖਾਇਆ ਉਹਨੇ। ਸੋਲੀਡੈਰਿਟੀ ਕਹਿ ਲਓ, ਏਕਤਾ ਉਹ ਦੇਖਣ ਨੂੰ ਮਿਲੀ ਆ ਉੱਥੇ। ਪੰਜਾਬੀ ਸਿੱਖ ਮਾਨਸਿਕਤਾ ਦੇ ਵਿੱਚ ਏਕਤਾ ਦੇਖਣ ਨੂੰ ਮਿਲੀ। ਜਦੋਂ ਵੀ ਬਾਹਰੀ ਹਮਲਾ ਹੁੰਦਾ ਅਸੀਂ ਸਾਰੇ ਇਕੱਠੇ ਹੋ ਜਾਂਦੇ ਹਾਂ। ਹਾਂਜੀ, ਇਹ ਨੈਰੇਟਿਵ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਾਹਰੀ ਹਮਲੇ ਤੇ ਅਸੀਂ ਇਕੱਠੇ ਹੋਏ, ਬਾਹਰੋਂ ਕਿਸੇ ਨੇ ਹਮਲਾ ਕੀਤਾ, ਪਰ ਵਾਪਸ ਆ ਕੇ ਸਾਡੇ ਵਿੱਚ ਉਹੀ ਇੱਕ ਦੂਜੇ ਦੇ ਪ੍ਰਤੀ ਉਹ ਭਾਵਨਾ ਨਹੀਂ ਰਹਿੰਦੀ। ਉਹ ਗੱਲ ਫਿਰ ਹੋ ਗਿਆ ਵੀ ਦੁਸ਼ਮਣ ਅਸੀਂ ਵਕਤੀ ਤੌਰ ਤੇ ਵੇਖ ਲਿਆ ਵੀ ਇਹ ਦੁਸ਼ਮਣ ਸਾਡਾ, ਭਾਵੇਂ ਉਹ ਜ਼ਮੀਨ ਦੇ ਟੁਕੜੇ ਲਈ ਅਸੀਂ ਇਕੱਠੇ ਹੋ ਗਏ ਉੱਥੇ ਬਥੇਰਾ, ਪਰ ਬਾਹਰ ਜਾ ਕੇ ਵੇਖੋ ਉੱਥੇ ਕਿਸਾਨੀ ਅੰਦੋਲਨ 'ਚ ਅਕਾਲੀ ਸੀ, ਭਾਵੇਂ ਕਾਂਗਰਸੀ ਸੀ, ਝਾੜੂ ਵਾਲੇ ਸਾਰੇ ਇਕੱਠੇ। ਮੈਂ ਇਹ ਵੀ ਕਹਿੰਦਾ ਵੀ ਇੱਕੇ ਟਰਾਲੀ 'ਚ ਬੈਠੇ ਸਾਰੇ, ਉਹ ਇੱਕੇ ਸਾਥ ਲੰਗਰ ਛਕਦੇ ਸੀ। ਤੇ ਉਹਨਾਂ ਨੇ ਠੀਕ ਆ ਕਿ ਬਾਹਰ ਜਾ ਕੇ ਵਾਪਸ ਉਹਨਾਂ ਨੇ ਆਪਣਾ ਫਿਰ ਜਿਹੜਾ ਆਪੋ ਆਪਣੀਆਂ ਪਾਰਟੀਆਂ ਚੁਣੀਆਂ, ਪਰ ਇੱਕ ਚੀਜ਼ ਉਹਨਾਂ ਨੇ ਵਿਖਾਤੀ ਆ ਕਿ 2 ਪਾਰਟੀਆਂ ਜਿਹੜੀਆਂ ਸਥਾਪਿਤ ਧਿਰਾਂ ਸੀ ਉਹਨਾਂ ਤੋਂ ਕਿਤੇ ਨਾ ਕਿਤੇ ਕਿਨਾਰਾ ਕੀਤਾ। ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜੇ ਹੁਣ ਆਮ ਪਾਰਟੀ ਆਈ ਆ, ਜੇ ਇਹ ਚੁਣੀ ਆ ਆਪਣੇ ਪੰਜਾਬ ਨੇ, ਤੇ ਇਹਨਾਂ ਨੂੰ ਵੀ ਹੁਣ ਕੰਮ ਕਰਕੇ ਹੋਣਾ ਚਾਹੀਦਾ। ਕਿਉਂਕਿ ਇੱਕ ਚੀਜ਼ ਸੋਚ ਲੈਣੀ ਚਾਹੀਦੀ ਆ ਜਿਹੜੀ ਨਵੀਂ ਸਰਕਾਰ ਆਈ ਆ, ਵੀ ਜੇ ਅਕਾਲੀਆਂ ਨੂੰ ਅਗਲੇ ਜੜੋਂ ਪੁੱਟ ਸਕਦੇ ਆ, ਇੰਨੀਆਂ ਸੀਟਾਂ ਤੋਂ 4 ਤੇ ਲਿਆ ਸਕਦੇ ਆ, ਇਹਨਾਂ ਨੂੰ 18 ਤੇ ਲਿਆ ਸਕਦੇ ਆ, ਤੇ ਜੇ ਤੁਸੀਂ ਉਮੀਦਾਂ ਤੇ ਖਰੇ ਨਾ ਉਤਰੇ ਜਾਂ ਪੰਜਾਬ ਨਾਲ ਗਦਾਰੀ ਕੀਤੀ ਜਾਂ ਜਿਹੜੇ ਤੁਸੀਂ ਸੁਪਨੇ ਵਿਖਾਏ ਜਿਹਨੂੰ ਆਪਾਂ ਕਹਿ ਸਕਦੇ ਹਾਂ, ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਪੂਰੇ ਕਰੋ, ਪਰ ਕੁਝ % ਕਰਕੇ ਵਿਖਾ ਦਿਓ ਤੇ ਸੋਚ ਕੇ ਵੇਖੋ ਵੀ ਤੁਹਾਡਾ ਹੀ ਆਉਣ ਵਾਲੇ ਸਮੇਂ 'ਚ ਕੀ ਹਾਲਤ ਕਰਨਗੇ। ਕਿਉਂਕਿ ਹੁਣ ਕਿਤੇ ਨਾ ਕਿਤੇ ਵੋਟਰ ਵੀ ਹੌਲੀ ਹੌਲੀ ਸਿਆਣਾ ਹੋ ਰਿਹਾ, ਉਹਨੂੰ ਸਮਝ ਆ ਰਹੀ ਆ। ਤੇ ਠੀਕ ਆ, ਬਾਕੀ ਜਿਹੜੀਆਂ ਲੜਾਈਆਂ ਹੁੰਦੀਆਂ ਉਹ ਤੇ ਇੱਕ ਮਾਂ ਦੀ ਕੁੱਖ ਤੋਂ ਪੈਦਾ ਹੋਏ ਬੱਚਿਆਂ 'ਚ ਵੀ ਹੋ ਜਾਂਦੀਆਂ, ਉੱਥੇ ਤੇ ਕੋਈ ਕੌਮ ਦੀ ਗੱਲ ਨਹੀਂ ਹੁੰਦੀ। ਉੱਥੇ ਕਈ ਵਾਰੀ ਇੱਕੇ ਮਾਂ ਦੀ ਕੁੱਖ ਤੋਂ ਪੈਦਾ ਹੋਏ ਬੱਚੇ, ਭੈਣ ਭਰਾ ਆਪਸ ਵਿੱਚ ਨਹੀਂ ਮਿਲਦੇ ਜਾਂ ਗੱਲਬਾਤ ਨਹੀਂ। ਇਹ ਮਨੁੱਖੀ ਸੁਭਾਅ ਆ ਵੀਰ ਜੀ, ਮੈਂ ਜੋ ਮਹਿਸੂਸ ਕਰਦਾ। ਤੇ ਫਿਰ ਵੀ ਮੈਂ ਕਹਿੰਦਾ ਬੜੀ ਵੱਡੀ ਗੱਲ ਆ ਕਿ ਤਰ੍ਹਾਂ ਦੇ ਸਾਡੇ ਬੰਦੇ ਇਕੱਠੇ ਹੋ ਕੇ ਵੀ ਜੇ ਉੱਥੇ ਇਕੱਠੇ ਹੋ ਕੇ ਬੈਠੇ ਆ, ਤੇ ਇਹ ਸਾਰਾ ਸਿਰਾ ਸਾਡੇ ਗੁਰੂ ਪਾਤਸ਼ਾਹ ਨੇ ਮਿਲਦਾ। ਇਹ ਭਾਈ ਸਾਹਿਬ ਪੰਜਾਬੀ ਮੂਵਮੈਂਟ ਕਹਿ ਲਓ, ਹਾਂਜੀ, ਸਿੱਖ ਮੂਵਮੈਂਟ ਕਹਿ ਸਕਦੇ ਆ, ਫਾਰਮਰਸ ਮੂਵਮੈਂਟ ਕਹਿ ਸਕਦੇ ਆ, ਤੇ ਇਸ ਮੂਵਮੈਂਟ ਨੂੰ ਵੱਖ-ਵੱਖ ਲੇਬਲ ਦੇਣ ਦਾ ਯਤਨ ਕੀਤਾ ਗਿਆ। ਬੜਾ ਜੀ, ਬਿਲਕੁਲ। ਖਾਲਸਤਾਨੀ, ਨਕਸਲਾਈਟ, ਸੈਪਰੇਟਿਸਟ, ਵੱਖਵਾਦੀ ਆ, ਅਜਿਹੇ ਨੈਰੇਟਿਵ ਬਹੁਤ ਸਿਰਜੇ ਗਏ। ਤੁਸੀਂ ਗਰਾਊਂਡ ਲੈਵਲ ਤੇ ਦੇਖਿਆ ਵੀ ਜਿਹੇ ਵੀਰ ਵੀ ਉੱਥੇ ਸ਼ਾਮਲ ਹੁੰਦੇ ਰਹੇ ਜਿਨ੍ਹਾਂ ਨੇ ਇਹ ਪੂਰੀ ਮੁਹਿੰਮ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ? ਬਹੁਤ ਜੀ, ਬਹੁਤ ਜ਼ਿਆਦਾ। ਕਿਉਂਕਿ ਉੱਥੇ ਅਸੀਂ ਵੇਖਦੇ ਰਹੇ ਹਾਂ, ਸਾਨੂੰ ਹੁਣ ਤਾਂ ਕਹਿੰਦੇ ਇਹ ਕਾਮਰੇਡ ਆ, ਹੁਣ ਤਾਂ ਕਹਿੰਦੇ ਰਹੇ ਤੁਹਾਨੂੰ ਜੀ ਲਾਲ ਖੇਰਾ ਸਿੰਘ ਕੇ ਭੇਜੀਏ। ਹੁਣ ਭਲੇ ਮਾਨਸੋ ਵੀ ਜੇ ਉੱਥੇ ਕਿਸਾਨਾਂ ਲਈ ਅਸੀਂ ਜਾ ਕੇ ਬੈਠੇ ਹਾਂ, ਤੁਸੀਂ ਸਾਨੂੰ ਧੱਕੇ ਨਾਲ ਦੂਜੇ ਬੰਨੇ ਜੋੜ ਰਹੇ ਜੇ। ਮਤਲਬ ਕਹਿਣ ਦਾ ਭਾਵ ਆ ਵੀ ਇਹ ਉਹ ਲੋਕ ਆ ਜਿਹਨਾਂ ਕਰਨਾ ਕੁਝ ਨਹੀਂ, ਜਿਨ੍ਹਾਂ ਕੋਲ ਫੇਸਬੁੱਕ ਆ 2 ਕਮੈਂਟ ਪਾਤੇ ਆ, ਪੋਸਟਾਂ ਪਾਤੀਆਂ ਵਾ, ਮਤਲਬ ਪੂਰੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਆ। ਜੇ ਉੱਥੇ ਮੰਨ ਲਓ ਕੋਈ ਗੱਲ ਚੱਲੀ ਆ ਕਿ ਤੁਸੀਂ ਮਤਲਬ ਵੇਖੋ ਜੰਗ ਸਾਡੀ ਸੀ ਕਿਸਾਨੀ ਦੀ ਹੈ ਨਾ, ਤੇ ਠੀਕ ਆ, ਨਿਸ਼ਾਨ ਸਾਹਿਬ ਤੋਂ ਤਾਂ ਕੋਈ ਮੁਨਕਰ ਹੈ ਹੀ ਨਹੀਂ, ਨਿਸ਼ਾਨ ਸਾਹਿਬ ਤੋਂ ਕੋਈ ਮੁਨਕਰ ਨਹੀਂ ਹੈਗਾ। ਨਿਸ਼ਾਨ ਸਾਹਿਬ ਤੇ ਆਪਣੇ ਗੁਰਦੁਆਰਿਆਂ 'ਚ ਲੱਗਾ ਵਾ, ਟਰਾਲੀਆਂ ਟਰੈਕਟਰਾਂ ਦੇ ਗਾੜੀ ਨਿਸ਼ਾਨ ਸਾਹਿਬ ਲੱਗੇ ਸੀ, ਜਿਹੜੀਆਂ ਟਰਾਲੀਆਂ ਸੀ ਉੱਥੇ ਨਿਸ਼ਾਨ ਸਾਹਿਬ ਨਹੀਂ ਸੀ ਕਿਤੇ ਲੱਗੇ। ਤਾਂ ਮਤਲਬ ਠੀਕ ਆ, ਕਿਤੇ ਕਿਸਾਨ ਲੀਡਰਾਂ ਦੇ ਕੋਲੋਂ ਗੱਲ ਕਹਿਣ 'ਚ ਕਿਤੇ ਫਰਕ ਪੈ ਸਕਦਾ। ਚਲੋ ਮੈਂ ਕਹਿੰਦਾ ਵੀ ਜੇ ਉਹਨਾਂ ਨੇ ਗੱਲ ਕਹੀ, ਉਹਨਾਂ ਕੋਲੋਂ ਪ੍ਰੋਪਰ ਗੱਲ ਨਹੀਂ ਕਹੀ ਗਈ, ਉਹਨਾਂ ਕੋਲੋਂ ਕੋਈ ਮਿਸਟੇਕ ਹੋਈ ਆ, ਤੇ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਹੱਲ ਕਰੋ ਨਾ। ਫਿਰ ਬੁੱਝੜ ਤੇ ਇਹੋ ਜਿਹੀਆਂ ਗਾਲਾਂ ਕੱਢਣਾ, ਫਿਰ ਜੇ ਇੱਕ ਖੰਡੇ ਦੀ ਪੌਲ ਲੈਣ ਵਾਲਾ ਵੀ ਜੇ ਮਤਲਬ ਬੁੱਝੜ ਤੇ ਇਹਨਾਂ ਦੇ ਲਫ਼ਜ਼ ਬੋਲੂਗਾ ਕਿ ਉਹਨਾਂ ਦੇ ਘਰ 'ਚ ਬੱਚੇ ਨਾ ਪੁੱਜਣਗੇ, ਵੀ ਤੁਸੀਂ ਕੋਈ ਗੱਲ ਕਹਿਣਗੇ ਤਰੀਕੇ ਨਾਲ ਕਹੋ। ਮੈਂ ਨਹੀਂ ਕਹਿੰਦਾ ਤੁਹਾਨੂੰ ਰਾਈਟ ਆ ਗੱਲ ਕਹਿਣ ਦਾ, ਹੱਕ ਆ ਤੁਹਾਨੂੰ, ਪਰ ਤੁਸੀਂ ਇੱਕ ਸੱਭਿਅਕ ਭਾਸ਼ਾ ਰੱਖੋ। ਜੇ ਅੰਮ੍ਰਿਤਧਾਰੀ ਬੰਦੇ ਤੁਸੀਂ ਆਪਣੇ ਆਪ ਨੂੰ ਇਹ ਕਹਿੰਦੇ ਆ, ਤੇ ਫਿਰ ਤੁਸੀਂ ਇੱਦਾਂ ਦੀ ਘਟੀਆ ਸ਼ਬਦਾਵਲੀ ਵਰਤੋ। ਸਗੋਂ ਤੁਸੀਂ ਤੇ ਇੰਨਾ ਪਿਆਰ ਵਾਲਾ ਮਾਹੌਲ ਬਣਾਓ ਵੀ ਅਗਲਾ ਕਵੇ ਯਾਰ ਅੰਮ੍ਰਿਤਧਾਰੀ ਦੀ ਇੱਦਾਂ ਦੀ ਬੋਲੀ ਹੁੰਦੀ ਆ, ਮੈਂ ਵੀ ਕੱਲ੍ਹ ਨੂੰ ਖੰਡੇ ਦੀ ਪਹੁਲ ਲੈਣੀ ਆ। ਉਹ ਤੁਹਾਡੀ ਭਾਸ਼ਾ ਵੇਖ ਕੇ ਅਗਲਾ ਕਹਿੰਦਾ ਪਰਾਂ ਜਾ ਭਾਈ, ਮੈਂ ਵਿੱਚੋਂ ਕੀ ਲੈਣਾ। ਮਤਲਬ ਇਹ ਤੁਸੀਂ ਕਿਹੋ ਜਿਹਾ ਮਾਹੌਲ, ਉਹ ਸਾਰੇ ਅੱਛਾ ਜਦੋਂ ਸਾਰੇ ਕਿਸਾਨ ਉੱਥੇ ਬੈਠੇ, ਉੱਥੇ ਨਿਹੰਗ ਜਥੇਬੰਦੀਆਂ ਵੀ ਹੈਗੀਆਂ ਵਾ, ਉੱਥੇ ਸਾਰੇ ਇਕੱਠੇ ਆਣ ਕੇ ਬੈਠਦੇ ਆ, ਗੱਲਾਂ ਬਾਤਾਂ ਕਰਦੇ ਆ। ਸਗੋਂ ਕਈ ਸਾਡੇ ਕੋਲ ਨਿਹੰਗ ਆਣ ਕੇ ਉੱਥੇ ਕਹਿੰਦੇ ਆ ਵੀ ਵੇਖੋ ਭਾਈ ਸਾਹਿਬ ਜੀ, ਸਾਨੂੰ ਪਤਾ ਤੁਸੀਂ ਦਸਮ ਗ੍ਰੰਥ ਨੂੰ ਗੁਰੂ ਦੀ ਕਿਰਤ ਨਹੀਂ ਮੰਨਦੇ, ਅਸੀਂ ਮੰਨਦੇ ਹਾਂ, ਪਰ ਆਪਾਂ ਇੱਥੇ ਦਸਮ ਗ੍ਰੰਥ ਲਈ ਨਹੀਂ ਬੈਠੇ, ਆਪਾਂ ਇੱਥੇ ਆਪਣੀ ਹੱਕਾਂ ਲਈ ਬੈਠੇ ਹਾਂ, ਇੱਥੇ ਆਪਾਂ ਸਾਰੇ ਇਕੱਠੇ ਹਾਂ। ਮੈਂ ਕਹਿੰਦਾ ਉਹਨਾਂ ਨਾਲ ਉਹ ਚੰਗੇ ਸੀ, ਪਰ ਕਈਆਂ ਥਾਵਾਂ 'ਤੇ ਕਈ ਬੰਦਿਆਂ ਨੇ ਲਿਆ ਕੇ ਪੂਰਾ ਟਰੈਕ ਤੋਂ ਲਾਉਣ ਦੀ ਕੋਸ਼ਿਸ਼ ਕੀਤੀ। ਤਾਈਓ ਤੁਸੀਂ ਵੇਖਿਆ ਬਹੁਤੇ ਰਾਗੀ ਪ੍ਰਚਾਰਕ ਇਸ ਅੰਦੋਲਨ 'ਚੋਂ ਪਾਸੇ ਹੋ ਗਏ ਵੀ ਸਾਡੇ ਦੇ ਤੇ ਇਹਨਾਂ ਨੇ ਠੱਪੇ ਲਾ ਦੇਣੇ, ਪਰ ਅਸੀਂ ਨਹੀਂ ਪਰਵਾਹ ਕੀਤੀਆਂ ਕਿ ਕਈ ਜੋ, ਕਿਉਂਕਿ ਆਪਾਂ ਪਹਿਲਾਂ ਵੀ ਬਾਬਿਆਂ ਦੇ ਵੇਲੇ ਤੇ ਵੀ ਆਪਾਂ ਇਹ ਗੱਲ 'ਚ ਬਦਨਾਮ ਆ। ਮੈਂ ਕਿਹਾ ਜਿਹੜੀ ਸੱਚ ਵਾ, ਤੇ ਆਪਾਂ ਜਿਹੜਾ ਸੱਚ ਦੇ ਰਸਤੇ 'ਤੇ ਤੁਰੇ ਹੋਏ ਆ। ਨਾਲੇ ਜਿਹੜਾ ਅਸੀਂ ਉੱਥੇ ਦਰਦ ਕਿਸਾਨਾਂ ਦਾ, ਬਜ਼ੁਰਗਾਂ ਦਾ, ਮਾਵਾਂ ਦਾ ਜਿਹੜਾ ਮਾਹੌਲ ਸੀ, ਮੀਂਹ ਪੈਂਦਾ ਹੋਵੇ ਤੇ ਬੰਦਾ ਆਪਣੇ ਘਰ ਬੈਠਾ, ਬੰਦਾ ਕਹਿੰਦਾ ਚਲੋ ਪਕੌੜੇ ਕੱਢ ਲਓ,
ਚਾਹ ਬਣਾ ਲਓ, ਆਹ ਚੀਜ਼ ਬਣਾ ਲਓ। ਉੱਥੇ ਤਾਂ ਟੈਨਸ਼ਨ ਹੁੰਦੀ ਸੀ ਵੀ ਕਿੱਦਾਂ ਵਾਂਸ ਨੂੰ ਫੜ ਕੇ ਖਲੋਣਾ ਵੀ ਕਿਤੇ ਹਨੇਰ ਆਇਆ ਤੇ ਰਾਤ ਨੂੰ ਸਾਡਾ ਸਮਾਨ ਨਾ ਉਡਾ ਕੇ ਲੈ ਜੇ। ਤੇ ਸੱਚੀ ਗੱਲ ਹੋਈ ਆ, ਬਾਰਿਸ਼ਾਂ ਹੋਣੀਆਂ, ਸੱਪ ਮੰਜਿਆਂ ਤੇ ਆਣ ਚੜ੍ਹਦੇ ਸੀ। ਮਤਲਬ ਉਹਦੇ ਵੱਖਰੀ ਗੱਲ ਆ ਵੀ ਆਪਣੇ ਬਜ਼ੁਰਗ ਪੈਦਾ ਹੀ ਸੱਪਾਂ 'ਚ ਹੋਏ ਆ, ਪ੍ਰਵਾਹ ਨਹੀਂ ਕੀਤੀ। ਤੁਹਾਨੂੰ ਪਤਾ ਹੋਵੇ ਤੁਹਾਡੇ ਘਰ 'ਚ ਸੱਪ ਵਾ ਤੇ ਕੀ ਪਰਿਵਾਰ ਦੇ ਜੀਆਂ ਦੀ ਅੱਖ ਲੱਗ ਜਾਊਗੀ। ਮਤਲਬ ਇਹੋ ਜਿਹੇ ਮਾਹੌਲ ਸਾਰੇ ਜਿਹੜੇ ਆ, ਭਾਵੇਂ ਬਾਹਰਲੀਆਂ ਹਵਾਵਾਂ, ਝੱਖੜ ਆ। 77 ਸਾਲ ਦਾ ਰਿਕਾਰਡ ਟੁੱਟਾ ਸੀ ਜਿਹੜਾ ਹਰਿਆਣੇ ਤੇ ਦਿੱਲੀ ਵਿੱਚ 77 ਸਾਲ ਪਹਿਲਾਂ ਕਦੀ ਇੰਨੀ ਬਾਰਿਸ਼ ਹੋਈ ਸੀ ਜਿਹੜੀ ਇੰਨੀ ਬਾਰਿਸ਼ ਹੋਈ ਆ। ਤਾਂ ਉਹ ਸਾਰੀਆਂ ਚੀਜ਼ਾਂ ਮਤਲਬ ਪਾਰ ਕਰਕੇ ਬਾਹਰ ਦੇ ਝੱਖੜ ਵੀ, ਬਾਹਰਲੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਖਾਲਿਸਤਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜੀ। ਹੁਣ ਕਿਹੜੇ ਬੰਦੇ ਜਿਹੜੇ ਇਦਾਂ ਦੇ ਸ਼ਬਦ ਬੋਲ ਕੇ ਅੱਗ ਲਾਉਣ ਦੀ ਕੋਸ਼ਿਸ਼ ਕਰਦੇ, ਪਤਾ ਹੀ ਆਪਾਂ ਨੂੰ ਸਾਰਾ। ਦੇਖੋ ਵੀ ਇਹ ਕਿੱਦਾਂ ਦੇ ਲੋਕ ਆ ਜਿਹੜੇ ਹਰ ਪੱਖੋਂ ਇੱਕ ਨੂੰ ਬਦਨਾਮ ਕਰਨਾ ਜੀ, ਉਹ ਮਾੜਾ। ਅੱਛਾ, ਫਿਰ ਆਪ ਕਿਹੜੇ ਹੁਣ ਇਕੱਠੇ ਆ? ਜਾਂ ਤਾਂ ਤੁਸੀਂ ਆਪ ਹੀ 4 ਬੰਦੇ ਇਕੱਠੇ ਹੋ ਜਾਓ, ਤੁਸੀਂ ਹੁਣ ਚਿੱਕੜ ਉਛਾਲਣ ਡੇ ਜੇ, ਇੱਕ ਜਿਹਨੇ ਪੱਗਾਂ ਲਾਉਣ ਡੇ ਜੇ। ਮਤਲਬ ਕਹਿਣ ਦਾ ਭਾਵ ਇਹ ਉਹ ਲੋਕ ਆ ਜਿਨ੍ਹਾਂ ਕੋਲੋਂ ਇਹ ਜਿੱਤ ਬਰਦਾਸ਼ਤ ਨਹੀਂ ਹੋਈ, ਸਿੱਧੀ ਗੱਲ ਕਹੀਏ। ਤੁਸੀਂ ਹਮੇਸ਼ਾ ਗੱਲ ਸੱਚ ਦੀ ਕਰਦੇ ਹੋ, ਕਹਿ ਵੀ ਦਿੰਦੇ ਹੋ। ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਤੁਹਾਡੀ ਬਹੁਤ ਵਾਇਰਲ ਹੋਈ ਜਿੱਥੇ ਤੁਸੀਂ ਕਹਿ ਰਹੇ ਹੋ ਭੈਣ ਮੇਰੀਏ ਅਰਦਾਸ ਇੱਕ ਹੋਰ ਕਰ ਦਿਓ। ਹਾਂਜੀ ਹੈ ਉਹਦਾ ਫੀਡਬੈਕ ਤੁਹਾਨੂੰ ਹੋਰ ਮਿਲਦਾ ਫਿਰ ਬਾਅਦ ਦੇ ਵਿੱਚ ਸੰਗਤ ਦੇ ਵਿੱਚੋਂ ਜਾਂ ਆਸੇ ਪਾਸਿਓਂ ਉਹਦਾ ਕੋਈ ਰਿਸਪੌਂਸ ਹੋਰ? ਹਾਂਜੀ, ਮਿਲਦਾ। ਉਹ ਕਈ ਬੰਦੇ ਸਾਡੇ ਨਾਲ ਭੋਲੇ ਹੁੰਦੇ ਆ। ਇੱਕ ਤਾਂ ਮੈਨੂੰ ਫੋਨ ਆਉਂਦਾ, ਭਾਈ ਸਾਹਿਬ ਜੀ ਤੁਸੀਂ ਗੱਲ ਗਲਤ ਕਹਿਤੀ। ਮੈਂ ਕਿਉਂ? ਕਹਿੰਦਾ ਇਹ ਨਾ ਹੋਵੇ ਬੀਬੀ ਹਰਸਿਮਰਤ ਕੋਲੋਂ ਲੋਕੀ ਅਰਦਾਸਾਂ ਕਰਾਉਣ ਲੱਗ ਪੈਣ। ਮੈਂ ਕਿਹਾ ਭਰਾ, ਮੈਂ ਤੇ ਉਹਨੂੰ ਨਾ ਟਾਂਚ ਮਾਰੀ ਬੀਬੀ ਨੂੰ ਕਿ ਬੀਬੀ ਤੇਰੀ ਅਰਦਾਸ ਵਿੱਚ ਵੇਲਾ ਕਿੱਡੀ ਤਾਕਤ ਆ। ਵੀ ਤੂੰ ਕਹਿ ਜਿਹੜੇ ਨਸ਼ੇ ਵੇਚਣ ਜਾਂ ਜਿਹੜੇ ਸਿਆਸਤ ਕਰਨ, ਮੈਂ ਕਿਹਾ ਤੇਰੇ ਭਰਾ ਨੂੰ ਵੇਲਾ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਆ ਨਾ। ਤੇ ਇੱਧਰ ਮੈਂ ਕਿਹਾ ਵੇਖ ਲਓ ਤੁਹਾਡਾ ਕੱਖ ਨਾ ਰਵੇ। ਤੇ ਮੈਂ ਕਿਹਾ ਸੱਚੀ ਕੱਖ ਨਹੀਂ ਰਿਹਾ, ਵੇਖ ਲਓ ਉਹ ਜੜ੍ਹਾਂ ਹੀ ਪੁੱਟੀਆਂ ਗਈਆਂ। ਉਹ ਤਾਂ ਮੈਂ ਸਹਿਜ ਸੁਭਾਅ ਗੱਲ ਕੀਤੀ ਵੀ ਬੀਬੀ ਤੇਰੀ ਅਰਦਾਸ ਬੜੀ, ਵੀ ਕਹਿਣ ਦਾ ਭਾਵ ਜੋ ਤੁਸੀਂ ਮੰਗਿਆ ਸੀ ਉਹ ਤੁਹਾਨੂੰ ਮਿਲ ਗਿਆ। ਤੇ ਹੁਣ ਹੀ ਸੁਧਰ ਜਾਓ, ਗਾਂ ਹੀ ਅੱਗੇ ਤੋਂ ਸਿਆਣੇ ਬਣ ਜਾਓ ਵੀ ਇਹ ਕੰਮ ਆਪਾਂ ਨਹੀਂ ਕਰਨਾ। ਜੋ ਤੁਹਾਡੀ ਪੂਰੀ ਕਥਾ ਦਾ ਗੁਰਬਾਣੀ ਵਿਚਾਰ ਦਾ ਸੈਗਮੈਂਟ ਨਹੀਂ ਵੀ ਸੁਣਦੇ, ਉਹਨਾਂ ਨੇ 30 ਸੈਕਿੰਡ ਦਾ ਉਹ ਕਲਿੱਪ ਜ਼ਰੂਰ ਸੁਣ ਲਿਆ। ਉਹ ਸੁਣ ਲਿਆ, ਬਹੁਤ ਵਾਇਰਲ ਹੋਇਆ। ਹਾਂਜੀ ਹਾਂਜੀ। ਸੋ ਅਖੀਰ ਦੇ ਵਿੱਚ ਤੁਹਾਡਾ ਧੰਨਵਾਦ। ਨਹੀਂ, ਮਿਹਰਬਾਨੀ। ਗੁਰੂ ਦੇ ਬਖਸ਼ਿਸ਼ ਗ੍ਰੇਸ ਹਮੇਸ਼ਾ ਸਾਡੇ ਆਲੇ ਦੁਆਲੇ ਸਾਨੂੰ ਮਿਲ ਰਿਹਾ। ਉਹਦੇ ਪਾਤਰ ਬਣਨ ਦੀ ਸਾਨੂੰ ਲੋੜ ਆ। ਉਹਨਾਂ ਤੇ ਆਧਾਰਿਤ ਜ਼ਿੰਦਗੀ ਜਿਉਣ ਦੀ ਲੋੜ ਆ। ਬਿਲਕੁਲ। ਗੁਰਬਾਣੀ ਦੇ ਵਿੱਚ ਸਾਨੂੰ ਵਾਰ-ਵਾਰ ਸੈਲਫ ਰਿਫਲੈਕਸ਼ਨ, ਖੁਦ ਦੀ ਸਵੈ ਪੜਚੋਲ ਕਰਨ ਦੀ ਸੇਧ ਦਿੱਤੀ ਗਈ ਹੈ। ਸਹੀ ਗੱਲ। ਗੱਲ ਆਪਣੇ ਤੋਂ ਹੀ ਸ਼ੁਰੂ ਹੋਣੀ ਹੈ ਤੇ ਫਿਰ ਆਪਣੇ ਪਰਿਵਾਰ ਤੇ ਫਿਰ ਅਸੀਂ ਪੂਰੇ ਸੰਸਾਰ ਨੂੰ ਸਵਰਗ ਬਣਾ ਸਕਦੇ ਹਾਂ। ਗੱਲਾਂ ਬਹੁਤ ਹੋ ਸਕਦੀਆਂ ਪਰ ਸਮਾਂ ਸਾਡੇ ਕੋਲ ਅਜੇ ਨਹੀਂ ਆ। ਸੋ ਤੁਹਾਡੇ ਵਿਚਾਰਾਂ ਦੀ ਅਸੀਂ ਕਦਰ ਕਰਦੇ ਹਾਂ। ਗੁਰੂ ਦੇ ਗਿਆਨ ਦੀ ਜੋ ਸਾਂਝ ਤੁਸੀਂ ਸੰਗਤ ਨਾਲ ਪਾਉਂਦੇ ਆ, ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸੇ ਪਾਉਂਦੇ ਰਹੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।